ਐਜ਼ ਅ ਪੋਲਿਸੀ ਗਵਰਨਮੈਂਟ ਜਿਹੜੇ ਡਿਸਐਡਵਾਂਟੇਜ ਗਰੁੱਪਸ ਹੈ ਉਹਨਾਂ ਦੇ ਪ੍ਰਤੀ ਸਾਰੀ ਸੈਂਸਿਟਿਵ ਹੁੰਦੇ ਹੈ ਤਾਂ ਸਾਡੀ ਵੀ ਸੇਮ ਹੀ ਰਹੇਗੀ। ਐਜ਼ ਅ ਪੁਲਿਸ ਆਫਿਸਰ ਮੇਨਟੇਨੈਂਸ ਆਫ ਲਾਅ ਐਂਡ ਆਰਡਰ ਇਜ਼ ਫਸਟ ਪ੍ਰਾਇਓਰਿਟੀ, ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਇਜ਼ ਸੈਕੰਡ ਪ੍ਰਾਇਓਰਿਟੀ, community policing involving the community to help better policing practices involving media, open communication and extremely zero tolerance to any criminal element। मतलब कोई criminal element, कोई street crime, snatching, ਜਿਹੜੀ ਵੀ ਪਬਲਿਕ ਨੂੰ ਤੰਗ ਆਉਂਦੀ ਹੈ, ਵਹੀਕਲ ਚੋਰੀ, ਘਰਾਂ 'ਚ ਚੋਰੀ, ਮਤਲਬ ਇਟ ਵਿਲ ਬੀ ਡੈਲਟ ਵਿਦ ਸਟ੍ਰਿਕਟ ਹੈਂਡ। ਅਤੇ ਥੋੜ੍ਹੀ ਦੇਰ 'ਚ ਹੀ ਆਈ ਐਮ ਸ਼ੋਰ ਕਿ ਰਿਜ਼ਲਟ ਦੇਖਣ ਨੂੰ ਮਿਲਣਗੇ ਸਾਰਿਆਂ ਨੂੰ। ਦੇਖੋ ਤਾਂ ਐਡਮਿਨਿਸਟ੍ਰੇਸ਼ਨ ਜਿਵੇਂ ਤੁਹਾਨੂੰ ਪਤਾ ਹੈ, ਮਤਲਬ ਯੂ ਹੈਵ ਬਿਨ ਹੇਅਰ, ਤੁਹਾਨੂੰ ਮੇਰੇ ਤੋਂ ਜ਼ਿਆਦਾ ਹੀ ਪਤਾ ਹੋਣਾ, ਮੈਂ ਤਾਂ ਹੁਣੇ ਆ ਕੇ ਆਈ ਐਮ ਗੈਟਿੰਗ ਹੈਂਗ ਆਫ ਦਾ ਇਸ਼ੂ। ਅਤੇ ਜੋ ਵੀ ਸਟ੍ਰੈਟਜੀ ਹੈ ਮਤਲਬ ਜੁਆਇੰਟ ਸਟ੍ਰੈਟਜੀ ਹੋਏਗੀ ਅਤੇ ਆਈ ਐਮ ਸ਼ੋਰ ਉਹਨਾਂ ਨਾਲ ਜੋ ਵੀ ਹੁਣ ਤੱਕ ਐਡਮਿਨਿਸਟ੍ਰੇਸ਼ਨ ਦੇ ਐਫਰਟਸ ਹੋਏ ਹੈ ਉਸ ਤੋਂ ਅੱਗੇ ਅਸੀਂ ਉਹਨਾਂ ਨੂੰ ਹੋਰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਤੱਕ ਵੀ ਬੜਾ ਕੰਮ ਹੋਇਆ, ਬਾਕੀ ਕੋਸ਼ਿਸ਼ ਤਾਂ ਇਹੀ ਰਹਿੰਦੀ ਹੈ ਐਡਮਿਨਿਸਟ੍ਰੇਸ਼ਨ ਦੀ ਕਿ ਲਾਅ ਐਂਡ ਆਰਡਰ ਨਾ ਖਰਾਬ ਹੋਵੇ। ਉਹਦੇ ਲਈ ਜੋ ਵੀ ਮੈਜਰਸ ਪਹਿਲੇ ਵੀ ਲਿੱਤੇ ਜਾ ਰਹੇ ਹਨ ਹੁਣ ਵੀ ਲਵਾਂਗੇ ਅਤੇ ਥੋੜ੍ਹਾ ਜਿਹਾ ਐਕਟਿਵਲੀ ਪ੍ਰੋਐਕਟਿਵਲੀ ਹੋ ਕੇ ਕੰਮ ਕਰਾਂਗੇ। ਨਹੀਂ ਦੇਖੋ, ਚੰਡੀਗੜ੍ਹ ਪੁਲਿਸ ਦੇ ਜੀ ਡਿਫਰੈਂਟ ਵਿੰਗਸ ਹੈ, PCR ਹੈ, ਸਾਡੀ ਡਿਸਟ੍ਰਿਕਟ ਪੁਲਿਸ ਹੈ, ਲੋਕਲ ਪੁਲਿਸ ਹੈ, SHOs ਹੈ, ਉਸ ਤੋਂ ਬਾਅਦ ਕ੍ਰਾਈਮ ਵਿੰਗ ਅਲੱਗ ਹੈ। ਤਾਂ ਡਿਫਰੈਂਟ ਐਂਗਲਸ ਤੋਂ ਇਹਨਾਂ ਦੇ ਪੂਰੀ ਸਰਵੇਲੈਂਸ ਇਹਨਾਂ 'ਤੇ ਰੱਖੀ ਜਾ ਰਹੀ ਹੈ ਅਤੇ ਬਿਲਕੁਲ ਵੀ ਅਲਾਉ ਨਹੀਂ ਕੀਤਾ ਜਾਏਗਾ ਕਿਸੇ ਵੀ ਕ੍ਰਿਮੀਨਲ ਐਲੀਮੈਂਟ ਨੂੰ ਆ ਕੇ ਕੋਈ ਵਾਰਦਾਤ ਕਰਕੇ ਜਾਣ ਲਈ। ਐਂਡ ਬਿਲਕੁਲ ਸਟ੍ਰਿਕਟਲੀ ਅਤੇ ਆਇਰਨ ਹੈਂਡ ਨਾਲ ਡੀਲ ਕਰਾਂਗੇ ਸਾਰਿਆਂ ਨੂੰ ਜੀ। ਟੂ ਨੋ ਅਬਾਊਟ ਦਿਸ ਜੀ ਯੈਸਟਰਡੇ ਬਿਕੋਜ਼ ਸਮ ਜਿਹੜੇ ਸਿਟੀਜ਼ਨ ਮੈਨੂੰ ਮਿਲਣ ਆਏ ਸੀ ਉਹਨਾਂ ਨੇ ਦੱਸਿਆ ਸੀ ਇਸ ਬਾਰੇ। ਤਾਂ ਲਿਬਰਟੀਜ਼ ਦੇਣ 'ਚ ਅਤੇ ਲਾਅ ਐਂਡ ਆਰਡਰ ਮੇਨਟੇਨ ਕਰਨ 'ਚ ਕਈ ਵਾਰ ਥੋੜ੍ਹਾ ਜਿਹਾ ਉਹ ਹੋ ਜਾਂਦਾ ਹੈ, ਬਟ ਵੀ ਵਿਲ ਇਨਸ਼ੋਰ ਕਿ ਕਿਸੇ ਦੀ ਲਿਬਰਟੀ 'ਤੇ ਵੀ ਕੋਈ ਅਸਰ ਨਾ ਪਵੇ। ਵਟ ਐਵਰ ਆਰਡਰਸ ਐਡਮਿਨਿਸਟ੍ਰੇਸ਼ਨ ਹੈਜ਼ ਇਸ਼ੂਡ ਉਹ ਅੱਛੀ ਤਰ੍ਹਾਂ ਇੰਪਲੀਮੈਂਟ ਕਰੀਏ ਅਤੇ ਉਹਨਾਂ ਨੂੰ ਸਪੋਰਟ ਕਰੀਏ ਸਗੋਂ ਐਡਮਿਨਿਸਟ੍ਰੇਸ਼ਨ ਨੂੰ ਇੰਪਲੀਮੈਂਟ ਕਰਨ 'ਚ। ਵੀ ਵਿਲ ਇਨਕਰੀਜ਼ ਪੈਟਰੋਲਿੰਗ, ਇਨਕਰੀਜ਼ ਪੁਲਿਸ ਪ੍ਰੈਜ਼ੈਂਸ ਅਤੇ ਕੋਈ ਵੀ ਕ੍ਰਿਮੀਨਲ ਐਲੀਮੈਂਟ ਉੱਥੇ ਨਾ ਜਾ ਕੇ ਕੋਈ ਗੜਬੜ ਕਰੇ ਇਹ ਵੀ ਅਸੀਂ ਇਨਸ਼ੋਰ ਕਰਾਂਗੇ ਵਿਦ ਐਕਸਟਰਾ ਡਿਪਲੋਇਮੈਂਟ। ਜੀ ਜੀ ਟ੍ਰਾਂਸਫਰ ਦਾ ਤਾਂ ਮੈਂ ਨਹੀਂ ਪੜ੍ਹਿਆ ਜੀ ਕੋਈ ਆਰਡਰ, ਟ੍ਰਾਂਸਫਰ ਦਾ ਮੈਨੂੰ ਨਹੀਂ। ਹਾਂ, ਅਪਾਇੰਟਮੈਂਟ ਅਲੱਗ ਚੀਜ਼ ਹੈ, ਟ੍ਰਾਂਸਫਰ ਅਲੱਗ ਚੀਜ਼ ਹੈ ਅਤੇ ਟ੍ਰਾਂਸਫਰ ਦਾ ਤਾਂ ਇਸ ਸਮੇਂ ਕੋਈ ਆਰਡਰ ਨਹੀਂ ਪੜ੍ਹਿਆ। ਦੂਸਰਾ ਵੀ ਜਿਹੜਾ ਹੈ ਆਈ ਹੈਵ ਜਸਟ ਜੁਆਇੰਡ, ਮੈਂ ਤਾਂ ਕੱਲ੍ਹ ਬੈਠੀ ਵੀ ਨਹੀਂ ਹਲੇ, ਆਈ ਐਮ ਯੈਟ ਟੂ ਗੋ ਅਤੇ ਉਹ ਆਰਡਰ ਵੀ ਮੈਨੂੰ ਲੱਗ ਰਿਹਾ ਪਿਛਲੇ ਹਫ਼ਤੇ ਦਾ ਡੇਟ ਵਗੈਰਾ ਹੈ। ਸੋ ਆਈ ਐਮ ਯੈਟ ਟੂ ਗੋ, ਹੋ ਸਕਦਾ ਮੇਰੇ ਤੋਂ ਪਹਿਲੇ ਹੀ ਜਿਹਨਾਂ ਕੋਲ ਪਹਿਲੇ ਚਾਰਜ ਸੀ ਉਹਨਾਂ ਦੇ ਡਿਊਰਿੰਗ ਹੋਇਆ ਹੋਵੇ। ਤਾਂ ਆਈ ਐਮ ਯੈਟ ਟੂ ਗੋ ਸਿਟ ਇਨ ਆਫਿਸ ਐਂਡ ਸੀ ਵਾਟ ਇਜ਼ ਦਾ ਮੈਟਰ ਅਤੇ ਪ੍ਰੈਸੀਡੈਂਸ ਕੀ ਸੀ ਵਾਟ ਐਵਰ ਇਜ਼, ਉਹ ਦੇਖ ਲਾਂਗੇ ਬਾਅਦ 'ਚੋਂ ਕੀ ਹੈ ਉਹਦਾ। ਜੀ ਮੈਂਸ਼ਨਿੰਗ ਟੂ ਮੈਨੀ ਪੀਪਲ ਕਿ ਮੈਂ ਤਾਂ ਹੁਣ ਸਿਟੀਜ਼ਨ ਦੇ ਪਰਸਪੈਕਟਿਵ ਤੋਂ ਹੀ ਦੇਖਿਆ, ਨਾਓ ਆਈ ਸੀ ਫਰੋਮ ਦੀ ਅਦਰ ਪਰਸਪੈਕਟਿਵ। ਦੈਟਸ ਵਾਈ ਇੰਟਰੈਕਸ਼ਨ ਵਿਦ ਯੂ ਵਾਜ਼ ਮੋਰ ਇੰਪੋਰਟੈਂਟ because you are a citizen and you have dealt with crime from a very close eye। the feedback that you can give me ਉਹ ਤੁਸੀਂ ਨਿਊਟਰਲ ਵੀ ਹੋ ਅਤੇ ਤੁਸੀਂ ਕ੍ਰਾਈਮ ਨੂੰ ਕੋਲੋਂ ਵੀ ਦੇਖਿਆ ਹੈ ਨਾ। ਤਾਂ ਉਹ ਜਿਹੜਾ ਤੁਹਾਡੇ ਕੋਲ ਪਰਸਪੈਕਟਿਵ ਹੈ ਉਹ ਹੋਰ ਕਿਤੋਂ ਮਿਲਣਾ ਔਖਾ ਹੈ। ਅਤੇ ਹੁਣ ਜਿਹੜੀ ਪ੍ਰੋਬਲਮਸ ਤਾਂ ਹੁਣ ਮੈਨੂੰ ਨਹੀਂ ਪਤਾ, ਮੈਂ ਮਤਲਬ 10 years ਬੈਕ ਆਈ ਪਾਸਡ ਆਊਟ ਫਰੋਮ ਪੈਕ ਚੰਡੀਗੜ੍ਹ ਅਤੇ ਹੁਣ ਉਸ ਤੋਂ ਬਾਅਦ 10 ਸਾਲ ਤੋਂ ਤਾਂ ਪੰਜਾਬ 'ਚ ਹੀ ਕੰਮ ਕਰ ਰਹੇ ਹਾਂ। ਹੌਲੀ ਹੌਲੀ ਮਹੀਨਾ ਕੁ ਲੱਗਦਾ ਆ ਕੇ ਸੈੱਟ ਹੋਣ 'ਚ, ਸਾਰਾ ਕੁਝ ਪਤਾ ਲੱਗ ਜਾਂਦਾ ਅਤੇ ਉਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਂਦਾ है। ਆਪਾਂ तो स्ट्रेट अवे करेंगे जी। एक्टिव वो भी हमें इन्फॉर्मेशन दे रहे हैं, जनरल पब्लिक भी देनी शुरू कर रही है। तो हम जल्दी एक नंबर भी सर्कुलेट करेंगे जहाँ पे व्हाट्सएप इन्फॉर्मेशन मेरे पास डायरेक्टली आ जाए। ये हम काफ़ी जगह मैंने किया और बहुत सक्सेसफुल रहा है क्योंकि लोग आमतौर पे NDPS केसेस की इन्फॉर्मेशन देने से डरते हैं क्योंकि जो देते हैं वो काफ़ी क्लोज होते हैं पेडलर्स के, तो वो अपना नाम डिस्क्लोज़ नहीं करते। तो जैसे ही हम अनोनिमिटी ले आते हैं वो बताते हैं उनके बारे में और उन पर हम डायरेक्ट एक्शन करके उनको पकड़ते भी रहे हैं। तो 2-3 स्ट्रैटेजीज़ हैं हमारी, जल्दी हम उनको इम्प्लीमेंट भी करेंगे और जो हॉटस्पॉट है उन पर एक्स्ट्रा फोकस रख के हम करेंगे और रिकवरी भी होगी और कंट्रोल भी होगा। जी जी क्वेश्चंस यू ऑल ऑफ यू, मतलब दिस ऑल्सो आई एनालाइज्ड एंड आई हैव बीन टोल्ड कि बीट सिस्टम जो पहले बड़ा इफेक्टिवली चल रहा था अब वैसे नहीं है। तो आई विल रिव्यू, मतलब 1-2 हफ्ते हमें लगेंगे रिव्यू करने में। इफ़ देर इज़ नीड ऑफ सम टेक्नोलॉजिकल इंटरवेंशन टू रीबूट द बीट सिस्टम दैट विल ऑल्सो बी डन एंड वी विल इंश्योर कि जो बीट ऑफिसर्स हैं वही अपने एरिया के ज़िम्मेवार हों। तो डेली हम कुछ ना कुछ इनको टास्क भी देते हैं, विल इंश्योर कि बीट ऑफिसर्स ही वो करें और उन्हीं से हम फीडबैक लें। वैलिड है जी ਤੁਹਾਡਾ ਕੁਐਸਚਨ। ਸਾਈਬਰ ਕ੍ਰਾਈਮ ਵਿੰਗ ਇੱਕ ਤਾਂ ਅਲੱਗ ਬਣਿਆ ਹੋਇਆ ਚੰਡੀਗੜ੍ਹ ਪੁਲਿਸ 'ਚ। ਦੂਜੀ ਗੱਲ, ਸਾਈਬਰ ਕ੍ਰਾਈਮ 'ਚ ਮੇਜਰ ਚੈਲੰਜ ਇਹ ਰਹਿੰਦਾ ਕਿ ਲੋਕਾਂ ਨੂੰ ਅਵੇਅਰਨੈਸ ਘੱਟ ਹੁੰਦੀ ਹੈ। ਇਮੀਡੀਏਟਲੀ ਕੋਈ ਬੰਦਾ ਦੱਸ ਦਿੰਦਾ, ਸਪੈਸ਼ਲੀ ਓਲਡ ਏਜ ਪੀਪਲ ਜਦੋਂ ਆਪਣੇ ਅਕਾਊਂਟ ਡਿਟੇਲਸ ਆਪਣੀਆਂ ਸ਼ੇਅਰ ਕਰ ਦਿੰਦੇ ਹੈ ਅਤੇ ਕੰਪਰੋਮਾਈਜ਼ ਹੋ ਜਾਂਦੀ ਹੈ ਉਹਨਾਂ ਦੀ ਡਿਟੇਲਸ, ਉਸ ਤੋਂ ਬਾਅਦ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਰੀਏ ਕੀ, ਅਤੇ ਉਹ ਕਿਸੇ ਆਪਣੇ ਬੱਚੇ ਨੂੰ ਫੋਨ ਮਿਲਾਉਣਗੇ ਉਹ ਮਿਲਾਉਣਗੇ। ਅਵੇਅਰਨੈਸ ਦੀ ਬਹੁਤ ਮੈਨੂੰ ਲੱਗਦਾ ਇਸ ਲੋੜ ਹੈ ਅਤੇ ਉਹਦੇ 'ਤੇ ਆਪਾਂ ਥੋੜ੍ਹਾ ਜਿਹਾ ਫੋਕਸ ਕਰਨ ਦੀ ਕੋਸ਼ਿਸ਼ ਕਰਾਂਗੇ। 1930 ਜਿਵੇਂ ਸਾਈਬਰ ਹੈਲਪਲਾਈਨ ਨੰਬਰ ਹੈ, ਉੱਥੇ ਮਤਲਬ ਕਾਫੀਆਂ ਨੂੰ ਨਹੀਂ ਪਤਾ ਹੋਣਾ, ਜੇ ਬੈਂਕ ਟ੍ਰਾਂਜੈਕਸ਼ਨ ਦੇ ਥਰੂ ਪੈਸੇ ਨਿਕਲ ਜਾਣ ਉੱਥੇ ਕਾਲ ਕਰੀਏ ਤਾਂ ਦੇਰ ਇਜ਼ ਅ ਸਰਟਨ ਪੀਰੀਅਡ 10 ਮਿੰਟ 'ਚ 15 ਮਿੰਟ 'ਚ ਤੁਸੀਂ ਕਾਲ ਕਰ ਦਿਓ ਤਾਂ ਉਹ ਰਿਵਰਟ ਵੀ ਹੋ ਜਾਂਦਾ ਅਤੇ ਉਹਦਾ
ਇਮੀਡੀਏਟਲੀ ਰਿਡਰੈਸਲ ਵੀ ਸ਼ੁਰੂ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਦੇ ਛੋਟੇ ਛੋਟੇ ਤਰੀਕੇ ਹੈ ਅਵੇਅਰਨੈਸ ਦੇ, ਜਿਹੜੇ ਆਪਾਂ ਜੇ ਕਰੀਏ, ਲੋਕਾਂ ਨੂੰ ਪਤਾ ਹੋਵੇ, ਇਮੀਡੀਏਟਲੀ ਉਹਦਾ ਰਿਡਰੈਸਲ ਹੋ ਸਕਦਾ ਹੈ ਪੁਲਿਸ ਦੀ ਇੰਟਰਵੈਂਸ਼ਨ ਤੋਂ ਪਹਿਲੇ ਹੀ। ਤਾਂ ਉਹ ਜੇ ਆਪਾਂ ਥੋੜ੍ਹੀ ਜਿਹੀ ਅਵੇਅਰਨੈਸ ਵੀ ਚਾਹੀਦੀ ਹੈ, ਥੋੜ੍ਹੀ ਜਿਹੀ ਇਨਫੋਰਸਮੈਂਟ ਵੀ ਚਾਹੀਦੀ ਹੈ, ਕਿਉਂਕਿ ਸਾਈਬਰ ਕ੍ਰਾਈਮ ਪੈਨ ਵਰਲਡ ਕ੍ਰਾਈਮ ਬਣ ਜਾਂਦਾ। ਇੰਡੀਆ 'ਚੋਂ ਕਿੱਥੋਂ ਕਾਲ ਆ ਰਹੀ ਹੈ, ਪੂਰੇ ਵਰਲਡ 'ਚੋਂ ਕਿੱਥੋਂ ਕਾਲ ਆ ਰਹੀ ਹੈ, ਟ੍ਰੇਸਿੰਗ 'ਚ ਟਾਈਮ ਲੱਗ ਜਾਏਗਾ, ਪਰ ਤੁਹਾਡੇ ਪੈਸੇ ਉਸੇ ਵਕਤ ਵਾਪਸ ਆ ਜਾਣ, ਉਹਦੇ 'ਤੇ ਜ਼ਿਆਦਾ ਫੋਕਸ ਹੁੰਦਾ ਹੈ। ਅਵੇਅਰਨੈਸ ਟ੍ਰਾਂਸਫਰ ਦਾ ਤਾਂ ਮੈਂ ਨਹੀਂ ਪੜ੍ਹਿਆ ਜੀ, ਕੋਈ ਆਰਡਰ ਟ੍ਰਾਂਸਫਰ ਦਾ ਮੈਨੂੰ ਨਹੀਂ। ਹਾਂ, ਅਪਾਇੰਟਮੈਂਟ ਅਲੱਗ ਚੀਜ਼ ਹੈ, ਟ੍ਰਾਂਸਫਰ ਅਲੱਗ ਚੀਜ਼ ਹੈ, ਅਤੇ ਟ੍ਰਾਂਸਫਰ ਦਾ ਤਾਂ ਇਸ ਟਾਈਮ ਮੈਂ ਕੋਈ ਆਰਡਰ ਨਹੀਂ ਪੜ੍ਹਿਆ। ਦੂਸਰਾ ਵੀ ਜਿਹੜਾ ਹੈ, ਆਈ ਹੈਵ ਜਸਟ ਜੁਆਇੰਡ, ਮੈਂ ਤਾਂ ਕੱਲ੍ਹ ਬੈਠੀ ਵੀ ਨਹੀਂ ਹਲੇ, ਆਈ ਐਮ ਯੈਟ ਟੂ ਗੋ, ਅਤੇ ਉਹ ਆਰਡਰ ਵੀ ਮੈਨੂੰ ਲੱਗ ਰਿਹਾ ਪਿਛਲੇ ਹਫਤੇ ਦਾ ਡੇਟ ਵਗੈਰਾ ਹੈ। ਸੋ ਆਈ ਐਮ ਯੈਟ ਟੂ ਗੋ, ਹੋ ਸਕਦਾ ਮੇਰੇ ਤੋਂ ਪਹਿਲੇ ਹੀ ਜਿਹਨਾਂ ਕੋਲ ਪਹਿਲੇ ਚਾਰਜ ਸੀ ਉਹਨਾਂ ਦੇ ਡਿਊਰਿੰਗ ਹੋਇਆ ਹੋਵੇ। ਤਾਂ ਆਈ ਐਮ ਯੈਟ ਟੂ ਗੋ ਸਿਟ ਇਨ ਆਫਿਸ ਐਂਡ ਸੀ ਵਾਟ ਇਜ਼ ਦਾ ਮੈਟਰ, ਅਤੇ ਪ੍ਰੈਸੀਡੈਂਸ ਕੀ ਸੀ, ਵਾਟ ਐਵਰ ਇਜ਼, ਉਹ ਦੇਖ ਲਾਂਗੇ ਬਾਅਦ ਚੋਂ ਕੀ ਹੈ ਉਹਦਾ। ਜੀ ਜੀ, ਮੇਰੇ ਕੋਲ ਉਹ ਵੀ ਫਾਈਲ ਹੈਵ ਕਾਲਡ, ਆਈ ਵਿਲ ਸਟੱਡੀ। ਹਾਂਜੀ ਹਾਂਜੀ, ਕਈ ਵਾਰ ਦੇਖੋ ਜਿਹੜਾ ਕੰਪਲੇਨੈਂਟ ਹੁੰਦਾ ਨਾ, ਉਹ ਜੇ ਕਈ ਵਾਰ ਆਪਣਾ ਖਦਸ਼ਾ ਜ਼ਾਹਿਰ ਕਰੇ ਨਿਊਟਰੈਲਿਟੀ ਦਾ, ਇੱਥੇ ਵੀ ਆਪਾਂ ਕਈ ਵਾਰ ਕ੍ਰਾਈਮ ਬ੍ਰਾਂਚ 'ਚ ਕਰ ਦਿੰਦੇ ਹਾਂ, ਪੰਜਾਬ 'ਚ ਕਿਸੇ ਹੋਰ ਜ਼ਿਲ੍ਹੇ 'ਚ ਕਰ ਦਿੰਦੇ ਹਾਂ, ਤਾਂ ਇਟ ਇਜ਼ ਅ ਨੋਰਮਲ ਪ੍ਰੋਸੀਜਰ। ਜੇ ਕੰਪਲੇਨੈਂਟ ਦੀ ਸੈਟਿਸਫੈਕਸ਼ਨ ਹੁੰਦੀ ਹੈ ਤਾਂ ਕਈ ਵਾਰ ਉਹਨਾਂ ਨੂੰ ਰਿਲੀਫ ਦੇ ਦਿੱਤਾ ਜਾਂਦਾ। ਤਾਂ ਹਾਲੇ ਦੇਖਣ ਵਾਲੀ ਗੱਲ ਹੈ ਕਿ ਉਹਦੇ 'ਚ ਕੀ ਹੈ, ਇਨਵੈਸਟੀਗੇਸ਼ਨ ਦੇ ਬਾਅਦ ਹੀ ਪਤਾ ਲੱਗ ਜਾ ਜੀ। ਮਤਲਬ ਐਜ਼ ਪੁਲਿਸ ਆਫਿਸਰ ਇਨਵੈਸਟੀਗੇਸ਼ਨ ਤੋਂ ਪਹਿਲੇ ਕੁਝ ਕਮੈਂਟ ਨਹੀਂ ਕਰ ਸਕਦੇ। ਬਾਕੀ ਰਿਐਲਿਟੀ ਤੋਂ ਬੜਾ ਦੂਰ ਹੈ ਮੈਡਮ, ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਔਰ ਪੁਲਿਸ ਡਿਪਾਰਟਮੈਂਟ ਆ, ਉਹ ਰਿਐਲਿਟੀ ਤੋਂ ਬੜਾ ਦੂਰ ਹੈ। ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਵੀ ਫੋਨ ਤੇ ਪੈਸੇ ਆ ਜਾਣਗੇ, ਤੁਸੀਂ ਜਦੋਂ ਮਰਜ਼ੀ ਤੁਸੀਂ ਆਪ ਰਿਐਲਿਟੀ ਚੈੱਕ ਕਰਕੇ ਦੇਖੋ। ਮੇਰੇ ਜੀ ਮਦਰ ਨਾਲ ਹੋਇਆ ਸੀ, ਮੇਰੇ ਮਦਰ ਨਾਲ ਹੋਇਆ ਸੀ, ਐਂਡ ਦ ਮਨੀ ਵਾਜ਼ ਰਿਵਰਟਡ ਬੈਕ। ਔਰ ਮੈਂ 10 ਸਾਲ ਤੋਂ ਮੇਰੇ ਐਕਸਪੀਰੀਅੰਸ ਹੋ ਗਿਆ, 5 ਜਗ੍ਹਾ ਮੈਂ ਐਸਐਸਪੀ ਰਹਿ ਲਈ। ਰਿਐਲਿਟੀ ਤੋਂ ਕੋਈ ਦੂਰ ਨਹੀਂ ਹੈ ਜੀ। ਆਈ ਐਮ ਸਪੀਕਿੰਗ ਫਰੋਮ ਦ ਗਰਾਊਂਡ ਐਂਡ ਥਿੰਗਸ ਵਿਚ ਆਈ ਹੈਵ ਇੰਪਲੀਮੈਂਟਡ ਬਿਫੋਰ। ਤਾਂ ਉਹ ਜਿਹੜੇ ਹੁਣ ਅਵੇਅਰਨੈਸ ਦੀ ਕਮੀ ਹੈ, ਉਹ ਮੈਂ ਇਹੀ ਕਹਿ ਰਹੀ, ਇਹੀ ਅਵੇਅਰਨੈਸ ਦੀ ਲੋੜ ਹੈ ਕਿ ਹੁੰਦਾ ਹੈ, ਹੱਲ ਹੁੰਦਾ ਹੈ ਉਹਦਾ ਚੀਜ਼ ਦਾ। ਅਤੇ ਜਦੋਂ ਆਪਾਂ ਹੌਲੀ ਹੌਲੀ ਦੇਖੋ ਅਵੇਅਰਨੈਸ, ਹਰ ਚੀਜ਼ ਜਿਹੜੀ ਨਵੀਂ ਆਉਂਦੀ ਹੈ ਨਾ, ਹੁਣ ਸਾਈਬਰ ਕ੍ਰਾਈਮ ਇਜ਼ ਅ ਨਿਊ ਥਿੰਗ ਫॉर ਐਵਰੀਵਨ, ਅਤੇ ਹੌਲੀ ਹੌਲੀ ਜਦੋਂ ਪਤਾ ਲੱਗੇਗਾ ਉਹ ਵੀ ਪੁਰਾਣਾ ਹੋ ਜਾਏਗਾ, ਅਤੇ ਉਹ ਵੀ ਸਾਰਿਆਂ ਨੂੰ ਪਤਾ ਲੱਗ ਜਾਏਗਾ ਵਾਟ ਆਰ ਦ ਰਿਡਰੈਸਿੰਗ ਮੈਜਰਸ। ਰਿਵਿਊ ਕਰਨੀ ਸ਼ੁਰੂ ਕੀਤੀ ਹੈ, ਹੁਣ ਦੇਖਾਂਗੇ। ਥਾਣਿਆਂ 'ਚ ਤਾਂ ਚਾਹੀਦੀ ਹੈ, ਗਰਾਊਂਡ ਲੈਵਲ 'ਤੇ ਫੋਰਸਿਸ ਰਿਕੁਆਇਰਡ। ਬੀਟ ਸਿਸਟਮ ਦੀ ਅਸੀਂ ਗੱਲ ਕਰਦੇ ਹਾਂ, ਜੇ ਬੀਟ ਵਾਲੇ ਬੰਦੇ ਵੀ ਨਿਕਲ ਜਾਣ ਬਾਅਦ ਚੋਂ, ਬਾਕੀ ਡਿਊਟੀਆਂ ਵਾਸਤੇ ਬੰਦੇ ਨਹੀਂ ਬਚਦੇ। ਤਾਂ ਜਿੰਨੇ ਆਪਾਂ ਵਿੰਗਸ ਖੜੇ ਕਰੀ ਜਾਂਦੇ ਹਾਂ, ਉਹਦੇ ਲਈ ਫੋਰਸ ਵੰਡ ਜਾਂਦੀ ਹੈ। ਉਹਨੂੰ ਰਿਵਿਊ ਕਰਾਂਗੇ ਜੀ, ਜਿੰਨੀ ਹੋ ਸਕੇ ਆਪਾਂ ਆਪਣੇ ਥਾਣਿਆਂ ਨੂੰ ਐਮਪਾਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਥੇ ਵੀ ਜਾਈਏ, ਅਤੇ ਤੁਸੀਂ ਪੰਜਾਬੀ 'ਚ ਪੁੱਛਿਆ, ਤੁਸੀਂ ਹਿੰਦੀ 'ਚ ਪੁੱਛਿਆ, मैं कंबाइंड दे देती हाँ। माई व्यू इज़ जहाँ भी पोस्टिंग के लिए जाएँ, हमेशा ज़ीरो से शुरू करें और विदाउट एनी बैगेज शुरू करें। और अगर नेक नीति से काम करेंगे कोई प्रॉब्लम नहीं आएगी, मेरा ये मानना है। तो हम वैसे ही कोशिश करेंगे जी। थैंक यू जी, थैंक यू।